ਸਤਿ ਸ਼੍ਰੀ ਅਕਾਲ। ਤੁਸੀਂ PNCN ਦੇਖ ਰਹੇ ਹੋ। ਕੈਨੇਡਾ ਭਰ ਵਿੱਚ ਵੱਖੋ ਵੱਖਰੇ ਸ਼ਹਿਰਾਂ ਦੇ ਅੰਦਰ ਜੋ ਇਸ ਸਮੇਂ ਪ੍ਰਦਰਸ਼ਨ ਹੋ ਰਹੇ ਨੇ, ਕੋਵਿਡ-19 ਦੀਆਂ ਹਦਾਇਤਾਂ ਨੂੰ ਹਟਾਉਣ ਦੀ ਮੰਗ ਹੋ ਰਹੀ ਹੈ। ਇੱਕ ਪਾਸੇ ਪ੍ਰਦਰਸ਼ਨ ਸ਼ੁਰੂ ਹੋਏ ਤਾਂ ਦੂਜੇ ਪਾਸੇ ਕਈ ਸੂਬੇ ਇਸ ਸਮੇਂ ਸਾਹਮਣੇ ਆਏ ਨੇ ਜਿਨ੍ਹਾਂ ਦੇ ਵਿੱਚ ਹਦਾਇਤਾਂ ਨੂੰ ਹਟਾਉਣ ਦਾ ਐਲਾਨ ਵੀ ਕਰ ਦਿੱਤਾ ਗਿਆ। ਐਲਬਰਟਾ ਦੇ ਵਿੱਚ ਤਾਂ ਕੋਵਿਡ-19 ਦੇ ਟੀਕੇ ਲੱਗੇ ਹੋਣ ਦਾ ਸਬੂਤ ਦੇਖਣ ਤੋਂ ਵੀ ਇਸ ਸਮੇਂ ਇਸ ਹਦਾਇਤ ਨੂੰ ਹਟਾ ਦਿੱਤਾ ਗਿਆ ਬੁੱਧਵਾਰ ਤੋਂ। ਤੇ ਸਸਕੈਚੁਅਨ ਦੇ ਵਿੱਚ ਜਿਹੜਾ 14 ਫਰਵਰੀ ਤੋਂ ਕੁਝ ਅਜਿਹਾ ਕੀਤਾ ਜਾ ਰਿਹਾ ਹੈ ਤੇ ਕੁਝ ਇਸੇ ਤਰ੍ਹਾਂ ਵੱਖੋ ਵੱਖਰੇ ਸੂਬੇ ਇਸ ਦੇ ਉੱਤੇ ਫੈਸਲੇ ਲੈ ਰਹੇ ਨੇ। ਤਾਂ ਦੂਜੇ ਪਾਸੇ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਨਾਲ ਦੀ ਨਾਲ ਇਹਨਾਂ ਰਾਜਨੀਤਿਕ ਆਗੂਆਂ ਦੇ ਵੱਲੋਂ ਕਿ ਉਹ ਇਹਨਾਂ ਪ੍ਰਦਰਸ਼ਨਾਂ ਕਰਕੇ ਹਦਾਇਤਾਂ ਨੂੰ ਨਹੀਂ ਹਟਾ ਰਹੇ, ਸਗੋਂ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਹਟਾਈਆਂ ਜਾ ਰਹੀਆਂ ਨੇ। ਤਾਂ ਦੂਜੇ ਪਾਸੇ ਜੇਕਰ ਦੇਖਿਆ ਜਾਵੇ ਤਾਂ ਇਹਨਾਂ ਸੂਬਿਆਂ ਵਿੱਚ ਇਹ ਨਹੀਂ ਹੋਇਆ ਕਿ ਹੁਣ ਤੱਕ ਇੱਕ ਵੀ ਕੋਵਿਡ-19 ਦਾ ਮਾਮਲਾ ਨਹੀਂ ਸਾਹਮਣੇ ਆ ਰਿਹਾ ਤਾਂ ਕਰਕੇ ਹਦਾਇਤਾਂ ਹਟਾਈਆਂ ਗਈਆਂ ਹੋਣ। ਹਜੇ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਕੋਵਿਡ-19 ਦੇ ਮਾਮਲੇ ਤਾਂ ਸਾਹਮਣੇ ਆ ਰਹੇ ਨੇ, ਪਰ ਫਿਰ ਵੀ ਇਹਨਾਂ ਹਦਾਇਤਾਂ ਨੂੰ ਹਟਾਉਣ ਦਾ ਫੈਸਲਾ ਲੈ ਲਿਆ ਗਿਆ। ਤਾਂ ਉਧਰ ਕੈਨੇਡਾ ਸਰਕਾਰ ਦੇ ਵੱਲੋਂ ਇਸ ਦੇ ਉੱਤੇ ਕੋਈ ਵੀ ਅਜਿਹਾ ਫੈਸਲਾ ਫਿਲਹਾਲ ਨਾ ਲਏ ਜਾਣ ਦੇ ਬਾਰੇ ਕਿਹਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਲਗਾਤਾਰ ਹਾਊਸ ਆਫ ਕਾਮਨਸ ਦੇ ਵਿੱਚ ਕੀ ਕਹਿ ਰਹੇ ਨੇ ਤੇ ਕੈਨੇਡਾ ਸਰਕਾਰ ਤੋਂ ਅਧਿਕਾਰੀਆਂ ਦੇ ਵੱਲੋਂ ਕੀ ਕਿਹਾ ਜਾ ਰਿਹਾ ਉਸ ਦੇ ਬਾਰੇ ਅਸੀਂ ਜਾਣਕਾਰੀ ਨਾਲ ਦੀ ਨਾਲ ਤੁਹਾਡੇ ਤੱਕ ਪਹੁੰਚਾ ਰਹੇ ਹਾਂ। ਤੇ ਜੋ ਵੱਖੋ ਵੱਖਰੇ ਸ਼ਹਿਰਾਂ ਵਿੱਚ ਇਹ ਪ੍ਰਦਰਸ਼ਨ ਹੋ ਰਹੇ ਨੇ ਉੱਥੇ ਜਿਵੇਂ ਕਿ ਹੁਣ 14ਵੇਂ ਦਿਨ ਦੇ ਵਿੱਚ ਜਿਹੜਾ ਪ੍ਰਦਰਸ਼ਨ ਹੈ ਦਾਖਲ ਹੋ ਗਿਆ ਰਾਜਧਾਨੀ ਓਟਵਾ ਦੇ ਵਿੱਚ, ਉੱਥੇ ਗ੍ਰਿਫਤਾਰੀਆਂ ਵੀ ਸ਼ੁਰੂ ਹੋ ਗਈਆਂ ਤੇ ਇਸ ਦੇ ਨਾਲ ਹੀ $1000 ਤੱਕ ਦੇ ਫਾਈਨ ਵੀ ਕੀਤੇ ਜਾ ਰਹੇ ਨੇ ਉਹਨਾਂ ਨੂੰ ਜਿਹੜੇ ਕਿ ਸਟਰੀਟਸ ਨੂੰ ਬਲੌਕ ਕਰ ਰਹੇ ਨੇ। ਪੁਲਿਸ ਅਧਿਕਾਰੀ ਜ਼ਿਆਦਾ ਗਿਣਤੀ ਵਿੱਚ ਪਹੁੰਚੇ ਹੋਏ ਨੇ। ਕੁਝ ਵੀਡੀਓਜ਼ ਵੀ ਗ੍ਰਿਫਤਾਰੀਆਂ ਦੀਆਂ ਸਾਹਮਣੇ ਆ ਰਹੀਆਂ ਨੇ ਜਿਸ ਉੱਤੇ ਸਵਾਲ ਵੀ ਚੁੱਕੇ ਜਾ ਰਹੇ ਨੇ। ਤਾਂ ਦੂਜੇ ਪਾਸੇ ਜਿਹੜੇ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਸ਼ਾਂਤਮਈ ਢੰਗ ਦੇ ਨਾਲ ਆਪਣੀਆਂ ਮੰਗਾਂ ਨੂੰ ਮਨਵਾਉਣ ਦੇ ਵਾਸਤੇ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹ ਨਾਲ ਦੀ ਨਾਲ ਇਹੋ ਕਹਿ ਰਹੇ ਨੇ ਕਿ ਸ਼ਾਂਤਮਈ ਰੱਖਿਆ ਜਾਵੇ ਇਸ ਪ੍ਰਦਰਸ਼ਨ ਨੂੰ ਤੇ ਨਾਲ ਹੀ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹ ਇੱਥੋਂ ਨਹੀਂ ਹਟਣਗੇ। ਜਿਸ ਦੇ ਵਿੱਚ ਨਾ ਸਿਰਫ ਇੱਕ ਸਗੋਂ ਕੈਨੇਡਾ ਭਰ ਤੋਂ ਕਈ ਭਾਈਚਾਰਿਆਂ ਤੋਂ ਲੋਕ ਇਸ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਨੇ ਜੋ ਕਿ ਮੰਗਾਂ ਕਰ ਰਹੇ ਨੇ ਉਹੀ ਜੋ ਕੋਵਿਡ-19 ਦੀਆਂ ਹਦਾਇਤਾਂ ਨੂੰ ਹਟਾਉਣ ਦੇ ਵਾਸਤੇ ਕੀਤੀਆਂ ਜਾ ਰਹੀਆਂ ਨੇ, ਜਿਸ ਦੇ ਵਿੱਚ ਨਾ ਸਿਰਫ ਉਹ ਕਿ ਜਿਨ੍ਹਾਂ ਦੇ ਕੋਵਿਡ-19 ਦੇ ਟੀਕੇ ਨਹੀਂ ਲੱਗੇ ਸਗੋਂ ਉਹ ਵੀ ਜਿਨ੍ਹਾਂ ਦੇ ਟੀਕੇ ਲੱਗ ਗਏ ਨੇ ਪਰ ਫਿਰ ਵੀ ਉਹ ਕਿਸੇ ਨਾਲ ਇਹ ਨਹੀਂ ਸਾਂਝਾ ਕਰਨਾ ਚਾਹੁੰਦੇ ਕਿ ਉਹਨਾਂ ਨੇ ਕੋਵਿਡ-19 ਦਾ ਟੀਕਾ ਲਗਵਾ ਲਿਆ ਤੇ ਹਰ ਥਾਂ ਦੇ ਉੱਤੇ ਉਹਨਾਂ ਨੂੰ ਸਬੂਤ ਦੇਣਾ ਪਵੇ ਹਰ ਸਰਵਿਸ ਦੇ ਵਾਸਤੇ ਟੀਕੇ ਲਗਵਾਏ ਹੋਣ ਦਾ, ਜਿਸ ਨੂੰ ਲੈ ਕੇ ਇਹ ਮੰਗਾਂ ਕੀਤੀਆਂ ਜਾ ਰਹੀਆਂ ਨੇ। ਤੇ ਇਸੇ ਨੂੰ ਲੈ ਕੇ ਕੰਜ਼ਰਵੇਟਿਵਸ ਦੇ ਵੱਲੋਂ MP ਰਾਕੇਲ ਡਾਂਚੋ ਨੇ ਹਾਊਸ ਆਫ ਕਾਮਨਸ ਦੇ ਵਿੱਚ ਇਹ ਗੱਲ ਵੀ ਕਹੀ ਕਿ ਹੋਰ ਦੇਸ਼ਾਂ ਦੀ ਤਰਜ਼ ਦੇ ਉੱਤੇ ਦੁਨੀਆ ਭਰ ਵਿੱਚ ਕਈ ਵੱਡੇ ਦੇਸ਼ ਨੇ ਜਿਨ੍ਹਾਂ ਨੇ ਰਣਨੀਤੀ ਦਾ ਐਲਾਨ ਕਰ ਦਿੱਤਾ ਕਿ ਕਿਸ ਤਰ੍ਹਾਂ ਕੋਵਿਡ-19 ਦੀਆਂ ਹਦਾਇਤਾਂ ਨੂੰ ਹਟਾਇਆ ਜਾਵੇਗਾ, ਪਰ ਕੈਨੇਡਾ ਸਰਕਾਰ ਦੇ ਵੱਲੋਂ ਅਜਿਹੀ ਕੋਈ ਰਣਨੀਤੀ ਤੱਕ ਨਹੀਂ ਹਜੇ ਤੱਕ ਲਿਆਂਦੀ ਗਈ। ਤਾਂ ਇਸੇ ਨੂੰ ਲੈ ਕੇ ਇੱਕ ਪੰਜਾਬੀ ਭਾਈਚਾਰੇ ਤੋਂ ਪ੍ਰਦਰਸ਼ਨਕਾਰੀ ਜਿਹੜੇ ਕਿ ਇਸ ਪ੍ਰਦਰਸ਼ਨ ਨੂੰ ਸਮਰਥਨ ਦੇ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ, ਜਾਣਦੇ ਹਾਂ ਕਿ ਆਖਿਰ ਕਿਸ ਤਰ੍ਹਾਂ ਉਹ ਸਮਰਥਨ ਦੇ ਰਹੇ ਨੇ ਤੇ ਅੱਗੇ ਕੀ ਰਣਨੀਤੀ ਹੈ ਤੇ ਇਹ ਪ੍ਰਦਰਸ਼ਨ ਕਿਸ ਤਰ੍ਹਾਂ ਜਾਰੀ ਰੱਖਣ ਦੇ ਬਾਰੇ ਦੱਸਿਆ ਜਾ ਰਿਹਾ ਹੈ। ਜਿਵੇਂ ਕਿ ਇਸ ਸਮੇਂ ਕੈਨੇਡਾ ਭਰ ਵਿੱਚ ਪ੍ਰਦਰਸ਼ਨ ਹੋ ਰਹੇ ਨੇ ਉਹਨਾਂ ਪ੍ਰਦਰਸ਼ਨਾਂ ਦੇ ਵਿੱਚ ਸਮਰਥਨ ਪੰਜਾਬੀ ਭਾਈਚਾਰੇ ਤੋਂ ਵੀ ਵੱਡੀ ਗਿਣਤੀ ਵਿੱਚ ਦਿਖ ਰਹੇ ਨੇ ਦਿੱਤਾ ਜਾ ਰਿਹਾ ਹੈ। ਤੇ ਉਸ ਦੇ ਉੱਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਤੁਸੀਂ ਕਿਵੇਂ ਇਸ ਚੀਜ਼ ਨਾਲ ਜੁੜੇ ਹੋਏ ਹੋ ਤੇ ਮੰਗ ਕੀ ਹੈ? ਹਾਂਜੀ, ਆਪਣੇ ਪੰਜਾਬੀ ਵੀ ਬਹੁਤ ਇਸ ਨਾਲ ਜੁੜੇ ਹੋਏ ਨੇ, ਸਿੱਖ ਵੀ ਜੁੜੇ ਹੋਏ ਨੇ, ਹੋਰ ਵੀ ਏਸ਼ੀਅਨਸ ਕਮਿਊਨਿਟੀ ਜੁੜੇ ਹੋਏ ਨੇ। ਹੁਣ ਮੇਰੇ ਕਈ ਨਾਲ ਚਾਈਨੀਜ਼ ਜੁੜੇ ਨੇ, ਉਹ ਵੀ ਕਰ ਰਹੇ ਨੇ, ਹੋਰ ਵੀ ਬਹੁਤ ਕਰ ਰਹੇ ਨੇ, ਕਾਲੇ ਗੋਰੇ ਸਾਰੇ। ਕਿ ਜਿੱਦਾਂ ਕਿ ਇਹ ਪੋਲੀਟੀਸ਼ੀਅਨਸ ਆਪਾਂ ਨੂੰ ਡਿਵਾਈਡ ਕਰ ਰਹੇ ਨੇ ਕਿ ਇਹ ਸਿਰਫ ਗੋਰਿਆਂ ਦਾ ਜਾਂ ਮਾਈਨੋਰਿਟੀਜ਼ ਨਹੀਂ ਕਿ ਵਿੱਚ ਵਾਈਟ ਸੁਪਰਮੈਸਿਸਟ ਆ, ਇਹ ਬਿਲਕੁਲ ਗਲਤ ਆ। ਕਿਉਂਕਿ ਇਹ ਗੱਲ ਆ ਜਾਂਦੀ ਹੈ ਬੋਡੀ ਦੀ ਚੋਇਸ ਲਈ, ਬੋਡਲੀ ਅਟੋਨਮੀ ਦੀ, ਕਿ ਸਰਕਾਰ ਸਾਨੂੰ ਦੱਸੂਗੀ ਅਸੀਂ ਬੋਡੀ 'ਚ ਕੀ ਪਾਉਣਾ ਕੀ ਨਹੀਂ ਪਾਉਣਾ। ਹਰ ਇੱਕ ਨੂੰ ਚੋਇਸ ਹੋਣੀ ਚਾਹੀਦੀ ਆ। ਤੇ ਕਈ ਕਹਿੰਦੇ ਨੇ ਕਿ ਭਾਈ ਸਰਕਾਰ ਥੋੜ੍ਹਾ ਫੋਰਸ ਕਰ ਰਹੀ ਹੈ, ਤੁਹਾਡੇ ਸਿਰ 'ਤੇ ਕਿਹੜਾ ਬੰਦੂਕ ਰੱਖੀ ਹੋਈ ਹੈ, ਬਟ ਐਟ ਦ ਸੇਮ ਟਾਈਮ ਲੋਕਾਂ ਦੀਆਂ ਜੌਬਸ ਜਾ ਰਹੀਆਂ, ਲੋਕ ਟਰੈਵਲ ਨਹੀਂ ਕਰ ਸਕਦੇ ਤੇ ਕੁਛ ਟੈਕਸ ਵੀ ਪਲਾਨ ਕੀਤੇ ਗਏ ਨੇ, ਕੁਛ ਆਸਟ੍ਰੇਲੀਆ ਵਿੱਚ ਗੈਸ ਗਰੋਸਰੀ 'ਤੇ ਵੀ ਬੈਨ ਲਗਾਇਆ ਜਾ ਰਿਹਾ। ਸੋ ਇਹ ਬਹੁਤ ਮਜਬੂਰ ਕਰ ਰਹੇ ਨੇ ਕਿ ਲੋਕਾਂ ਨੂੰ ਹਰ ਇੱਕ ਨੂੰ ਮੇਨਲੀ ਚੋਇਸ ਹੋਣੀ ਚਾਹੀਦੀ ਹੈ। ਇਸ ਮੂਵਮੈਂਟ ਵਿੱਚ ਵੈਕਸਡ ਵੀ ਲੋਕ ਜੁੜੇ ਹੋਏ ਨੇ, ਜਿਨ੍ਹਾਂ ਨੇ ਵੈਕਸੀਨ ਲੱਗੇ ਹੋਏ ਨੇ, ਜਿਨ੍ਹਾਂ ਦੇ ਨਹੀਂ ਲੱਗੇ ਉਹ ਵੀ ਜੁੜੇ ਹੋਏ ਨੇ। ਤੇ ਫਿਰ ਜਿਹੜੀਆਂ ਇਹ ਮੰਗਾਂ ਨੇ ਉਹਨਾਂ ਨੂੰ ਲੈ ਕੇ ਜਿਵੇਂ ਕਿ ਹੁਣ ਜਸਟਿਨ ਟਰੂਡੋ ਦਾ ਬਿਆਨ ਆਇਆ ਕਿ ਪ੍ਰੋਟੈਸਟ ਨੂੰ ਇੱਥੇ ਹੀ ਬੰਦ ਕਰ ਦਿਓ, ਬਸ ਬਹੁਤ ਹੋ ਗਿਆ। ਇਸ ਦੇ ਉੱਤੇ ਅੱਗੇ ਕੀ ਕੋਈ ਵਿਚਾਰ ਕੀਤਾ ਜਾ ਰਿਹਾ ਹੈ ਜਾਂ ਅੱਗੇ ਮਸ਼ਵਰਾ ਕੀਤਾ ਜਾ ਰਿਹਾ ਹੈ ਕਿ ਰਣਨੀਤੀ ਕੀ ਬਣਾਈ ਜਾ ਰਹੀ ਹੈ ਕਿ ਕਿਸ ਤਰ੍ਹਾਂ ਅੱਗੇ ਚੱਲਣਾ? ਹਾਂਜੀ, ਬਿਲਕੁਲ ਰਣਨੀਤੀ ਬਿਲਕੁਲ ਸੇਮ ਜਿੱਦਾਂ ਫਾਰਮਰਸ ਪ੍ਰੋਟੈਸਟ ਆਪਣਾ ਦਿੱਲੀ 'ਚ ਹੋਇਆ ਸੀ, ਰਣਨੀਤੀ ਉਹੀ ਹੈ। ਮੈਨੂੰ ਲੱਗਦਾ ਇਹਨਾਂ ਨੇ ਵੀ ਬਹੁਤ ਉੱਥੋਂ ਹੀ ਸਿੱਖਿਆ, ਕਿਉਂਕਿ ਜੋ ਪੰਜਾਬੀਆਂ ਨੇ ਜਿਹੜਾ ਐਗਜ਼ਾਮਪਲ ਸੈੱਟ ਕੀਤਾ ਨਾ ਕਿ ਇਹ ਜੋ ਨਵਾਂ ਗਲੋਬਲ ਏਜੰਡਾ ਚੱਲ ਰਿਹਾ ਸਾਰੇ ਪਾਸੇ ਤੁਹਾਡੀ ਪ੍ਰੋਪਰਟੀਜ਼ ਤੁਹਾਡੇ ਰਾਈਟਸ ਖੋਣ ਦੀ ਖਾਤਰ, ਉਹਦੇ ਅਗੇਂਸਟ ਪੰਜਾਬ ਨੇ ਇੱਕ ਬਹੁਤ ਵੱਡੀ ਲਹਿਰ ਸ਼ੁਰੂ ਕਰਤੀ, ਇੱਕ ਟੈਂਪਲੇਟ ਬਣਾਤੀ ਕਿ ਸਾਰੀ ਦੁਨੀਆ 'ਚ ਕਿ ਜਦੋਂ ਸਰਕਾਰਾਂ ਧੱਕਾ ਕਰਦੀਆਂ ਤੁਸੀਂ ਕਿੱਦਾਂ ਰੋਕ ਸਕਦੇ ਆ। ਰਣਨੀਤੀ ਸੇਮ। ਫਿਰ ਜਿਹੜਾ ਜਸਟਿਨ ਟਰੂਡੋ ਨੇ ਕਿਸਾਨਾਂ ਵਾਸਤੇ ਤਾਂ ਹਮਦਰਦੀ ਦਾ ਪ੍ਰਗਟਾਵਾ ਕੀਤਾ ਸੀ
ਤੇ ਜਦੋਂ ਉੱਥੇ ਇੰਡੀਆ 'ਚ ਪ੍ਰੋਟੈਸਟ ਹੋ ਰਿਹਾ ਸੀ ਤੇ ਫਿਰ ਇੱਥੇ ਦੇ ਜਿਹੜੇ ਪ੍ਰੋਟੈਸਟਰ ਨੇ ਉਹਨਾਂ ਨੂੰ ਇੱਕ ਵੱਖਰਾ ਨਾਮ ਦਿੱਤਾ ਜਾ ਰਿਹਾ। ਬਿਲਕੁਲ, ਮੈਂ ਸਿਰਫ ਟਰੂਡੋ ਨੂੰ ਨਹੀਂ ਕਹਿ ਰਿਹਾ, ਜਗਮੀਤ ਸਿੰਘ ਨੂੰ ਵੀ ਕਹਿ ਰਿਹਾ। ਉਹ ਵੀ ਦੋਨੇ ਵਰਲਡ ਇਕਨੋਮਿਕ ਫੋਰਮ ਦੇ ਮੈਂਬਰ ਨੇ। ਸੇਮ ਟਾਈਮ ਪਿਛਲੀ ਵਾਰ ਵੀ, ਹੁਣ ਮੈਂ ਟਰੂਡੋ ਦੀ ਗੱਲ ਲਾ ਲਓ ਜਾਂ ਉਹ ਪੰਜਾਬ ਬਾਰੇ ਕੁਝ ਹੋਰ ਕਹਿੰਦੇ ਨੇ, ਪਰ ਇੱਥੇ ਜਿਹੜੇ ਸੇਮ ਹੱਕਾਂ ਲਈ ਲੋਕੀ ਲੜ ਰਹੇ ਉਹਨਾਂ ਬਾਰੇ ਕੁਝ ਹੋਰ ਆ। ਇਹਨਾਂ ਨੂੰ ਆਪਾਂ ਹੁਣ ਕੀ ਕਹਿ ਸਕਦੇ ਹਾਂ, ਰਾਈਟ? ਡਬਲ ਫੇਸ ਕਹਿ ਲਓ ਜਾਂ ਹਿਪੋਕਰਾਈਟ ਕਹਿ ਲਓ, ਇੱਦਾਂ ਦੇ ਟਰਮਸ ਲੋਕੀ ਯੂਜ਼ ਕਰ ਰਹੇ ਨੇ। ਤੇ ਗੱਲ ਇੱਥੇ ਆ ਜਾਂਦੀ, ਜਿਵੇਂ ਫਾਰਮਰਸ ਪ੍ਰੋਟੈਸਟ ਹੋਇਆ ਉੱਥੇ ਵੀ, ਯਾਨੀ ਕਿ ਉਹ ਵੀ ਵਰਲਡ ਇਕਨੋਮਿਕ ਫੋਰਮ ਫਾਰਮਰਸ ਦੇ ਬਿੱਲ ਲੈ ਕੇ ਆ ਰਿਹਾ ਸੀਗਾ। ਵਰਲਡ ਇਕਨੋਮਿਕ ਫੋਰਮ ਦਾ ਬਹੁਤ ਵੱਡਾ ਗਲੋਬਲ ਤੌਰ 'ਤੇ ਏਜੰਡਾ ਦਾ ਹੱਥ। ਉੱਦਾਂ ਹੀ ਇਸ ਬਾਰੇ ਵੀ, ਕਰੋਨਾ ਵਾਇਰਸ ਬਾਰੇ ਵੀ ਉਹਨਾਂ ਦਾ ਵਿੱਚ ਬਹੁਤ ਵੱਡਾ ਹੱਥ। ਜੇ ਤੁਸੀਂ ਦੇਖੋਗੇ ਇਵੈਂਟ 201 ਉਹ 1 ਮਹੀਨਾ ਪਹਿਲਾਂ ਹੋਈ ਸੀਗੀ, ਪਹਿਲੇ ਕਰੋਨਾ ਕੇਸ ਹੋਣ ਤੋਂ ਪਹਿਲਾਂ। ਸੇਮ ਉਹਨਾਂ ਨੇ ਸਿਮੂਲੇਸ਼ਨ ਕੀਤਾ ਸੀ ਕਿ ਕਰੋਨਾ ਆਊਗਾ ਤੇ ਦੁਨੀਆ 'ਤੇ ਫੈਲੂਗਾ, ਅਸੀਂ ਕਿੱਦਾਂ ਲੋਕਾਂ ਨੂੰ ਡਰ ਪਾਉਣਾ, ਅਸੀਂ ਕਿੱਦਾਂ ਲੋਕਾਂ ਨੂੰ ਘਰੇ ਵਾੜਨਾ, ਫਿਰ ਕਿੱਦਾਂ ਫੋਰਸ ਵੈਕਸੀਨੇਸ਼ਨਸ ਕਰਨੇ ਆ। ਇਹ ਸਾਰਾ 1 ਮਹੀਨਾ ਪਹਿਲਾਂ ਫਰਸਟ ਕੇਸ ਹੋਣ ਤੋਂ 2019 'ਚ ਹੋਇਆ, ਇਵੈਂਟ 201। ਇਹ ਕਿਉਂਕਿ ਤੇ ਇਸ ਵਿੱਚ ਜਗਮੀਤ ਸਿੰਘ ਇਨਵੋਲਵ ਨੇ, ਲਾਈਕ ਜਿਹੜੀ ਵਰਲਡ ਇਕਨੋਮਿਕ ਫੋਰਮ, ਉਹਨਾਂ ਦੇ ਯੰਗ ਲੀਡਰ ਸੀਗੇ। ਮੈਂ ਉਹਨਾਂ ਦੇ ਆਫਿਸ ਨੂੰ ਫੋਨ ਲਾ ਕੇ ਵੀ ਪੁੱਛਿਆ ਕਿ ਜਗਮੀਤ ਸਿੰਘ ਹੈ ਜਾਂ ਨਹੀਂ ਵਰਲਡ ਇਕਨੋਮਿਕ ਫੋਰਮ। ਨਾ ਉਹਨਾਂ ਨੇ ਡਿਨਾਈ ਕੀਤਾ, ਨਾ ਉਹਨਾਂ ਨੇ ਐਡਮਿਟ ਕੀਤਾ। ਸੋ ਕਿਉਂਕਿ ਵਰਲਡ ਇਕਨੋਮਿਕ ਫੋਰਮ ਵਿੱਚ ਜੇ ਤੁਸੀਂ ਦੇਖੋਗੇ ਮੁਕੇਸ਼ ਅੰਬਾਨੀ ਹੋਰ ਇੱਦਾਂ ਦੇ ਉਹ ਸਾਰੇ ਵਿੱਚ ਨੇ ਜੋ ਕਿ ਫਾਰਮਰਸ ਦੇ ਅਗੇਂਸਟ ਸੀਗੇ। ਸੋ ਇੱਕ ਟਾਈਮ 'ਤੇ ਉਹ ਨਾਲੇ ਫਾਰਮਰ ਦੇ ਨਾਲ ਖੜਦੇ ਨੇ ਨਾਲੇ ਅਗੇਂਸਟ। ਇੱਦਾਂ ਹੀ ਹੁਣ ਇੰਡੀਆ ਬਾਰੇ ਫਰੀਡਮ ਵਿੱਚ ਮੂਵਮੈਂਟ ਹੋਵੇ ਤਾਂ ਬੋਲ ਪੈਂਦੇ ਨੇ, ਜੇ ਲੋਕਲ ਹੋਏ ਉਹਨਾਂ ਦੇ ਅਗੇਂਸਟ ਹੋ ਜਾਂਦੇ, ਉਹਨਾਂ ਨੂੰ ਟੈਰਰਿਸਟ ਕਹਿੰਦੇ ਨੇ। ਇਹੀ ਆਪ ਨੂੰ ਸਰਕਾਰ ਉੱਥੇ ਇੰਡੀਆ ਕਹਿੰਦੀ ਆ, ਇਹੀ ਲੇਬਲ ਉਹੀ ਇੱਥੇ ਵਰਤੇ ਜਾਂਦੇ ਆਪਣੇ 'ਤੇ ਜਦੋਂ ਆਪਾਂ ਇੱਥੇ ਹੱਕਾਂ ਲਈ ਲੜਦੇ ਹਾਂ। ਤੇ ਫਿਰ ਜਗਮੀਤ ਸਿੰਘ ਨੇ ਜਿਹੜੇ ਹਾਊਸ ਆਫ ਕਾਮਨਸ ਦੇ ਵਿੱਚ ਐਮਰਜੈਂਸੀ ਡਿਬੇਟ ਬੁਲਾਈ ਸੀ ਤੇ ਫਿਰ ਉੱਥੇ ਵੱਖੋ ਵੱਖਰੇ ਰਾਜਨੀਤਿਕ ਆਗੂਆਂ ਨੇ ਆਪਣੇ ਵਿਚਾਰ ਦਿੱਤੇ, ਜਿਹੜੇ ਕਿ ਓਟਵਾ ਦੇ ਵਿੱਚ ਇਸ ਸਮੇਂ ਪ੍ਰਦਰਸ਼ਨ ਹੋ ਰਿਹਾ ਉਸ ਦੇ ਬਾਰੇ। ਤੁਸੀਂ ਉਸ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਿ ਕਿਹੜੇ ਰਾਜਨੀਤਿਕ ਆਗੂ ਦੇ ਵੱਲੋਂ ਇਸ ਸਮੇਂ ਜਿਹੜੇ ਮੁੱਦੇ ਚੁੱਕੇ ਜਾ ਰਹੇ ਨੇ ਤੇ ਹੱਕ ਦੀ ਗੱਲ ਕੀਤੀ ਜਾ ਰਹੀ ਹੈ ਜਾਂ ਫਿਰ ਕਿਸੇ ਦੇ ਵਿਚਾਰ ਨੂੰ ਸਮਰਥਨ ਦੀ ਗੱਲ ਹੋਵੇ? ਦੇਖੋ ਜੀ, ਇਹ ਹੁਣ ਪ੍ਰੋਬਲਮ ਇੱਥੇ ਆ ਗਈ ਆ। ਹੁਣ ਲੋਕਲ ਜਿਵੇਂ ਨੈਸ਼ਨਲ ਲੈਵਲ 'ਤੇ ਉਹ ਜਿਹੜੇ ਆਰਡਰ ਆ ਉਹ ਪਿੱਛੋਂ ਆਉਂਦੇ। ਇਹਨਾਂ ਨੂੰ ਪ੍ਰੋਬਲਮ ਇਹ ਹੈ, ਕੁਛ ਜਿਵੇਂ ਤੁਹਾਨੂੰ ਦੱਸਿਆ ਵਰਲਡ ਇਕਨੋਮਿਕ ਫੋਰਮ ਜਾਂ ਗਲੋਬਲ ਰੀਸੈਟ ਦੇ ਨੇਮ ਅੰਡਰ ਗਲੋਬਲ ਲੈਵਲ 'ਤੇ ਏਜੰਡਾ ਚੱਲ ਰਿਹਾ ਇੱਕ। ਕਿਉਂਕਿ ਜਦੋਂ ਹੁਣ ਆਰਡਰ ਨਿਕਲਦਾ UN ਤੋਂ ਜਾਂ WHO ਤੋਂ 200 ਕੁਛ ਮੁਲਕਾਂ 'ਚ ਇੱਕ ਚੁਟਕੀ 'ਚ ਲਾਗੂ ਹੋ ਜਾਂਦਾ। ਇਹ ਇੱਕ ਵਰਲਡ ਪਾਵਰ ਦੀ ਇੱਕ ਸ਼ੋਅ ਕੇਸ ਆ ਉਹਨਾਂ ਲਈ ਕਿ ਲੋਕਲੀ ਕੋਈ ਡਿਬੇਟ ਨਹੀਂ ਹੋਇਆ। ਇਮਰਜੈਂਸੀ ਤੇ ਇਮਰਜੈਂਸੀ ਲੱਗ ਗਈ ਲਾਈ ਜਾਂਦੇ ਕਿ ਸਾਨੂੰ ਪਾਵਰ ਮਿਲੀ ਜਾਵੇ ਇੱਦਾਂ ਬਿਨਾਂ ਡਿਬੇਟ ਤੋਂ। ਹੁਣ ਲੋਕੀ ਪ੍ਰੋਟੈਸਟਰਸ ਉੱਠੇ ਨੇ, ਇਹ ਐਂਡ ਕਰਨਾ ਚਾਹੁੰਦੇ ਨੇ, ਤਾਂ ਫਿਰ ਉਹਨਾਂ ਨੂੰ ਹੁਣ ਗਲਤ ਮਲਤ ਲੇਬਲ ਲਾਈ ਜਾਂਦੇ ਨੇ। ਤੇ ਉਹਦੇ ਬਾਰੇ ਹੁਣ ਥੋੜ੍ਹੀ ਜਿਹੜੀ ਵਿਚਾਰ ਮੈਂ ਦੇਖਿਆ ਹੁਣ ਸ਼ੁਰੂ ਹੋਈ ਆ। ਹਾਂਜੀ, ਬਿਲਕੁਲ। ਕੰਜ਼ਰਵੇਟਿਵਸ ਤੋਂ MP ਰਾਕੇਲ ਡਾਂਚੋ ਨੇ ਜਿਹੜਾ ਬਿਆਨ ਦਿੱਤਾ ਪਾਰਲੀਮੈਂਟ ਦੇ ਵਿੱਚ ਪਰਸੋਂ ਵੀ, ਉਹਨਾਂ ਨੇ ਇਹ ਇਸ਼ੂ ਚੁੱਕਿਆ ਹੈ ਕਿ ਜਿਹੜੇ ਵੱਖੋ ਵੱਖਰੇ ਦੇਸ਼ ਨੇ ਉਹ ਇੱਕ ਰਣਨੀਤੀ ਤੇ ਤਾਂ ਪਹੁੰਚ ਰਹੇ ਨੇ ਕਿ ਆਹ ਰਣਨੀਤੀ ਹੈ, ਆਹ ਤਰੀਕ ਨੂੰ ਸਾਰੇ ਜਿਹੜੀਆਂ ਹਦਾਇਤਾਂ ਨੇ ਕੋਵਿਡ ਦੀਆਂ ਹਟ ਰਹੀਆਂ ਨੇ, ਪਰ ਹੁਣ ਤੱਕ ਇਹੋ ਜਿਹਾ ਕੋਈ ਪਲਾਨ ਕੈਨੇਡਾ ਨੇ ਰਿਲੀਜ਼ ਨਹੀਂ ਕੀਤਾ। ਬਿਲਕੁਲ ਕਰਨਾ ਚਾਹੀਦਾ ਉਹਨਾਂ ਨੂੰ। ਤੇ ਵੈਸੇ ਮੈਨੂੰ ਕੋਈ ਪੋਲੀਟੀਕਲ ਪਾਰਟੀ ਨਾਲ ਕੋਈ ਅਫੀਲੀਏਟਡ ਨਹੀਂ, ਕੋਈ ਲਿੰਕਡ ਨਹੀਂ ਗਾ। ਜੇ ਹੁਣ ਉਹਨਾਂ ਦੀ ਆਵਾਜ਼ ਉੱਠ ਰਹੀ ਹੈ ਕੰਜ਼ਰਵੇਟਿਵ ਦੀਆਂ, ਕਿੰਨਾ ਦੀ ਵੀ, ਪਹਿਲਾਂ ਕਿਉਂ ਨਹੀਂ ਉੱਠੀ? ਪਹਿਲਾਂ ਵੀ ਸੀਗੇ ਨਾ। ਤੇ ਪ੍ਰੋਬਲਮ ਤਾਂ ਪਹਿਲਾਂ ਵੀ ਸੀ, ਲੋਕਾਂ ਦੇ ਲਾਈਵਸ ਕਿੰਨੀਆਂ ਇੰਪੈਕਟਡ ਨੇ ਮੈਂਡੇਟਸ ਰਿਸਟ੍ਰਿਕਸ਼ਨਸ ਕਰਕੇ। ਤੇ ਹੋਰ ਸਭ ਤੋਂ ਵੱਡੀ ਗੱਲ ਇਹ ਹੈ ਸੈਂਸਰਸ਼ਿਪ ਦੀ। ਜਿਹੜੇ ਏਡੇ ਪੜ੍ਹੇ ਲਿਖੇ ਡਾਕਟਰ, ਜਿਹੜੇ ਨੋਬਲ ਪ੍ਰਾਈਜ਼ ਵਿਨਰ ਨੇ, ਹੋਰ ਡਾਕਟਰ, ਵਰਲਡ ਡਾਕਟਰਸ ਅਲਾਇੰਸ, ਹੋਰ ਇੰਨੇ ਡਾਕਟਰ ਜਿਹੜੇ ਬੋਲ ਰਹੇ ਨੇ, ਡਾਕਟਰ ਰੋਬਰਟ ਮਲੋਨ ਕਿ ਇਹ ਟੀਕੇ ਠੀਕ ਨਹੀਂ ਗਏ, ਉਹਨਾਂ ਦੀ ਆਵਾਜ਼ ਸੈਂਸਰ ਕਿਉਂ ਕੀਤੀ ਜਾਂਦੀ ਹੈ? ਮੇਨ ਸਟ੍ਰੀਮ ਮੀਡੀਆ ਕਿਉਂ ਸੈਂਸਰ ਕਰ ਰਿਹਾ? ਪਹਿਲੀ ਗੱਲ ਤਾਂ ਮੈਂ ਤੁਹਾਨੂੰ ਥੈਂਕ ਯੂ ਕਰਨਾ ਚਾਹੁੰਦਾ ਤੁਹਾਡੇ ਚੈਨਲ ਲਈ, ਤੁਸੀਂ ਇਹ ਲੈ ਕੇ ਆ ਰਹੇ ਹੋ। ਤੇ ਹੋਰ ਬਾਕੀ ਆਪਾਂ ਜਿਵੇਂ ਹੁਣ ਸਰੀ 'ਚ ਵੀ ਹੁਣ ਪ੍ਰੋਟੈਸਟ ਸ਼ੁਰੂ ਹੋ ਗਿਆ ਬਾਰਡਰ 'ਤੇ, ਪੈਸੀਫਿਕ ਕ੍ਰਾਸਿੰਗ 'ਤੇ। ਉੱਥੇ ਮੰਡੇ ਤੋਂ ਲੋਕੀ ਗਏ ਹੋਏ ਨੇ ਪ੍ਰੋਟੈਸਟ ਕਰਨੇ, ਸਲੋ ਰੋਲ ਹੋ ਰਹੇ ਨੇ। ਸੈਟਰਡੇ ਨੂੰ ਇੱਥੇ ਹੁਣ ਕਨਵੋਏ ਜਾਣਾ ਚਿਲੀਵੈਕ ਤੋਂ, ਕਿਉਂਕਿ ਐਵਰੀ ਵੀਕਐਂਡ 'ਤੇ ਜਾਂਦੇ ਆਲਰੇਡੀ ਵੈਨਕੂਵਰ। ਤੇ ਹੁਣ ਉਹਨਾਂ ਨੇ 176 'ਤੇ ਜਿਹੜਾ ਕ੍ਰਾਸਿੰਗ ਆ ਉੱਥੇ ਸੈਟਰਡੇ ਨੂੰ ਚਿਲੀਵੈਕ ਤੋਂ 10 ਵਜੇ ਸ਼ੁਰੂ ਕਰਕੇ ਉੱਥੇ ਜਾਣਾ ਲੋਕਾਂ ਨੇ। ਤੇ ਫਿਰ ਜਿਹੜਾ ਹੁਣ ਜਿਨ੍ਹਾਂ ਦੇ ਵੱਲੋਂ ਪ੍ਰਦਰਸ਼ਨ ਕਰਵਾਇਆ ਜਾ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਪ੍ਰੈਸ ਕਾਨਫਰੰਸ ਕੀਤੀ ਸੀ ਉਹਨਾਂ ਨੇ ਪਰਸੋਂ ਕਿਹਾ ਕਿ ਜਿਹੜੇ ਦੇਸ਼ ਭਰ ਤੋਂ ਜਿਹੜੇ ਪ੍ਰਦਰਸ਼ਨਕਾਰੀ ਨੇ ਤੇ ਫਿਰ ਜਿਹੜਾ ਸਪੋਰਟ ਕਰਦੇ ਨੇ ਓਟਵਾ ਵੱਲ ਨੂੰ ਕੂਚ ਕਰਨ। ਹਾਂਜੀ, ਬਿਲਕੁਲ। ਉਸ ਦੇ ਬਾਰੇ ਤੁਸੀਂ ਇੱਕ ਵਾਰ ਦੱਸ ਦਿਓ ਕਿ ਕੀ ਇਹ ਤੇ ਕੀ ਵਿਚਾਰ ਨੇ? ਕਿਉਂਕਿ ਉੱਥੇ ਹੁਣ ਕਾਫੀ ਸੁਣਨ ਨੂੰ ਆ ਰਿਹਾ ਕਿ ਪੁਲਿਸ ਕਾਫੀ ਐਨਫੋਰਸਮੈਂਟ ਕਰ ਰਹੀ ਹੈ, ਧੱਕਾਸ਼ਾਹੀ ਕਰ ਰਹੀ ਹੈ, ਤਾਨਾਸ਼ਾਹੀ ਕਰ ਰਹੀ ਆ। ਤੇ ਉਹ ਓਟਵਾ ਵਾਲੇ ਚਾਹੁੰਦੇ ਨੇ ਵੱਧ ਤੋਂ ਵੱਧ ਉੱਥੇ ਲੋਕੀ ਆਉਣ, ਕਿਉਂਕਿ ਇਹ ਮੌਕਾ ਹੁਣ ਫਾਈਟ ਕਰਨ ਦਾ। ਜਿਵੇਂ ਕਿਸਾਨ ਮੋਰਚਾ ਸੀਗਾ, ਉਹਨਾਂ ਨੇ ਖੰਡਾਉਣ ਦੀ ਕੋਸ਼ਿਸ਼ ਕੀਤੀ, ਉਹਨਾਂ ਨੇ ਇਹ ਵੀ ਕਿਹਾ ਸੀ ਅਸੀਂ ਮਿਲਟਰੀ ਲੈ ਕੇ ਆ ਗਏ ਸਾਰਾ ਕੁਛ, ਪਰ ਲੋਕੀ ਪਿੰਡਾਂ 'ਚੋਂ ਸਾਰੇ ਗਏ ਨੇ ਉੱਥੇ। ਤਾਂ ਹੀ ਕਾਮਯਾਬ ਹੁੰਦਾ ਜਦੋਂ ਆਪਾਂ ਰਲ ਕੇ ਸਾਰੇ ਜਾਵਾਂਗੇ। ਤੇ ਆਪਣਾ ਸਿੱਖਾਂ ਦਾ ਕੰਮ ਆ ਜ਼ੁਲਮ ਦੇ ਖਿਲਾਫ ਖੜਨਾ,
ਇਹ ਇੱਕ ਜ਼ੁਲਮ ਹੋ ਰਿਹਾ, ਲੋਕਾਂ ਨੂੰ ਫੋਰਸ ਕੀਤਾ ਜਾ ਰਿਹਾ ਇੱਕ ਚੀਜ਼ ਆਪਦੇ ਬੋਡੀ ਵਿੱਚ ਪਾਉਣ ਨੂੰ ਜੋ ਨਹੀਂ ਕਦੀ ਵੀ ਹੋਣੀ ਚਾਹੀਦੀ। ਚੋਇਸ ਹਰ ਇੱਕ ਨੂੰ ਹੋਣੀ ਚਾਹੀਦੀ ਹੈ। ਬਿਲਕੁਲ ਇਹ ਹੋਣਾ ਚਾਹੀਦਾ, ਕੋਈ ਲਵਾਉਣਾ ਚਾਹੁੰਦਾ ਨਹੀਂ ਲਵਾਉਣਾ ਚਾਹੁੰਦਾ ਉਹਨਾਂ ਨੂੰ ਚੋਇਸ ਦਿਓ, ਫੋਰਸ ਨਾ ਕਰੋ। ਤੇ ਫਿਰ ਹੁਣ ਸੂਬੇ ਤਾਂ ਹਟਾਉਣ ਵੀ ਲੱਗ ਗਏ ਨੇ ਹਦਾਇਤਾਂ। ਹਾਂਜੀ ਬਹੁਤ ਯੂਰਪੀਅਨ ਮੁਲਕਾਂ ਨੇ ਹਟਾ ਵੀ ਦਿੱਤਾ। ਕੁਝ ਯੂਰਪੀਅਨ ਹੈਲਥ ਏਜੰਸੀਜ਼ ਨੇ ਇਹ ਵੀ ਕਹਿਤਾ ਕਿ ਟੀਕਿਆਂ ਦੇ ਮਾੜੇ ਅਸਰ ਹੋ ਰਹੇ ਆ। ਐਡਮਿਟ ਹੌਲੀ ਹੌਲੀ ਆ ਰਿਹਾ, ਜਿਵੇਂ ਹੁਣ ਨਿਊਰਨਬਰਗ ਟ੍ਰਾਇਲਸ ਹੋਈਆਂ ਸੀ ਉੱਦਾਂ ਦਾ ਕੁਝ ਹੋਣ ਵਾਲਾ ਲਾਈਕ ਫਿਊਚਰ ਵਿੱਚ, ਕਿਉਂਕਿ ਇਹਨਾਂ ਨੇ ਜਿਨ੍ਹਾਂ ਨੂੰ ਨੁਕਸਾਨ ਪਹੁੰਚਾਇਆ ਹੈ ਤਾਂ ਨਹੀਂ, ਉਹ ਹੁਣ ਉਹਨਾਂ ਦੀ ਕੋਈ ਸੁਣਵਾਈ ਨਹੀਂ, ਕੋਈ ਲਾਇਬਿਲਿਟੀ ਨਹੀਂ, ਕਿਤੇ ਨਹੀਂ ਜਾ ਸਕਦੇ। ਮੈਂ ਕਈ ਕੇਸ ਸੁਣੇ ਨੇ ਜਿਨ੍ਹਾਂ ਦੇ ਬੱਚੇ ਟੀਕੇ ਲਗਾਉਣ ਤੋਂ ਬਾਅਦ ਪੂਰੇ ਵੀ ਹੋ ਗਏ ਨੇ। ਸੋ ਉਹ ਕਹਿੰਦੇ ਨੇ ਅਸੀਂ ਕਿੱਥੇ ਜਾ ਕੇ ਕਿਹਨੂੰ ਦੱਸੀਏ, ਕੋਈ ਡਾਕਟਰ ਕੋਈ ਬੋਲ ਨਹੀਂ ਰਿਹਾ, ਕਿਉਂਕਿ ਡਾਕਟਰਾਂ ਨੂੰ ਵੀ ਚਿੱਠੀਆਂ ਗਈਆਂ ਹੋਈਆਂ ਜੇ ਤੁਸੀਂ ਵੈਕਸੀਨਸ ਦੇ ਖਿਲਾਫ ਬੋਲੇ ਤੁਹਾਡਾ ਲਾਇਸੈਂਸ ਰਿਵੋਕ ਹੋ ਸਕਦਾ। ਇੱਦਾਂ ਹੀ ਪਹਿਲਾਂ ਹੁਣ ਤਾਂ ਚਲੋ ਡਿਬੇਟ ਸ਼ੁਰੂ ਹੋ ਗਈ ਹੈ ਪਾਰਲੀਮੈਂਟ ਵਿੱਚ ਉੱਥੇ, ਪਰ ਪਹਿਲਾਂ ਜੇ ਕੋਈ ਪੋਲੀਟੀਸ਼ੀਅਨ ਕੋਈ ਵੀ ਬੋਲਦਾ ਸੀਗਾ ਉਹਨੂੰ ਕੱਢਿਆ ਜਾਂਦਾ ਸੀਗਾ। ਸੋਸ਼ਲ ਮੀਡੀਆ ਤੋਂ ਵੀ ਡਾਕਟਰ ਰੋਬਰਟ ਮਲੋਨ ਨੂੰ ਬੈਨ ਕਰਤਾ, ਬਿਗ ਟੈਕਨੋਲੋਜੀ ਸਾਰੇ ਨਾਲ ਰਲੇ ਹੋਏ ਨੇ ਇਸ ਏਜੰਡੇ ਤੇ। ਤੇ ਫਿਰ ਮੇਰੇ ਤੋਂ ਕੁਝ ਪੁੱਛਣ ਤੋਂ ਰਹਿ ਗਿਆ, ਹੋਰ ਤੁਸੀਂ ਆਪਣੇ ਵੱਲੋਂ ਕਹਿਣਾ ਚਾਹੁੰਦੇ ਹੋ? ਬਸ ਮੈਂ ਇਹੀ ਕਹਿਣਾ ਚਾਹੁੰਦਾ ਆਪਣੇ ਜਿੰਨੇ ਵੀ BC 'ਚ ਨੇ, ਲੋਅਰ ਮੇਨਲੈਂਡ 'ਚ ਜਿਹੜਾ ਆਹ ਚੱਲ ਰਿਹਾ ਪੈਸੀਫਿਕ ਕ੍ਰਾਸਿੰਗ ਤੇ, ਉੱਥੇ ਜ਼ਰੂਰ ਪਹੁੰਚਣ, ਕਿਉਂਕਿ ਆਪਣਾ ਸਿੱਖਾਂ ਦਾ ਕੰਮ ਆ, ਪੰਜਾਬੀਆਂ ਦਾ ਵੀ ਕਿਤੇ ਵੀ ਕਿ ਇਹ ਜ਼ੁਲਮ ਰੋਕਿਆ ਜਾਵੇ। ਹੁਣ ਆਪਣੇ ਇੱਥੇ ਹੋਮ ਵਿੱਚ ਹੋ ਰਿਹਾ, ਜਿਹਨੂੰ ਆਪਾਂ ਕੈਨੇਡਾ ਨੂੰ ਹੁਣ ਹੋਮ ਮੰਨਦੇ ਆ, ਤਾਂ ਇੱਥੇ ਹੋ ਰਿਹਾ, ਇੱਥੇ ਵੀ ਖੜੋ ਜਾ ਕੇ। ਤੇ ਫਿਰ ਜਿਵੇਂ ਹੁਣ ਪ੍ਰੋਵਿੰਸ ਡਿਸਾਈਡ ਕਰ ਰਹੇ ਨੇ, ਉਹਨਾਂ ਦੇ ਵੱਲੋਂ ਜਿਹੜੇ ਐਲਬਰਟਾ ਨੇ ਕਰਤਾ, ਸਸਕੈਚੁਅਨ ਨੇ ਕਰਤਾ, ਵਾਲੇ ਵਧਾ ਰਹੇ ਨੇ ਸਗਾ, ਉਹ ਕਹਿੰਦੇ ਹੋਰ ਕਰਨਾ ਹਜੇ ਡਾਕਟਰਾਂ ਦੇ, ਹੋਰ ਵੀ ਜਿਹੜੇ ਹੁਣ ਡੈਂਟਿਸਟ ਸੀ, ਕਾਇਰੋਪ੍ਰੈਕਟਰ ਸੀ, ਉਹਨਾਂ ਦੇ ਵੀ ਧੱਕਾ ਹੋ ਰਿਹਾ। ਹੁਣ ਉਹ ਵੀ ਹੁਣ ਖੜੇ ਹੋਣਗੇ, ਜਿਉਂ-ਜਿਉਂ ਜਿਨ੍ਹਾਂ ਦੇ ਵਧਾਈ ਜਾਂਦੇ ਨੇ ਲੋਕੀ ਖੜੇ ਹੋ ਰਹੇ ਨੇ, ਤੇ ਜਿਨ੍ਹਾਂ ਦੇ ਸਾਈਡ ਇਫੈਕਟ ਹੋ ਰਹੇ ਨੇ, ਮਾੜੇ ਅਸਰ ਹੋ ਰਹੇ ਨੇ, ਉਹ ਹੁਣ ਉੱਠ ਰਹੇ ਨੇ, ਨਾਲ ਰਲ ਰਹੇ ਨੇ। ਵਧਣਾ ਹੀ ਆ ਕਾਫਲਾ, ਇਹ ਘਟਨਾ ਨਹੀਂ। ਜਿਵੇਂ ਕਿ ਇੱਥੇ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿਸ ਦੇ ਵਿੱਚ ਦੱਸਿਆ ਗਿਆ ਕਿ ਇਸ ਪ੍ਰਦਰਸ਼ਨ ਦਾ ਮਕਸਦ ਤੇ ਇਸ ਪ੍ਰਦਰਸ਼ਨ ਦੇ ਵਿੱਚ ਹਿੱਸਾ ਕਿਸ ਤਰ੍ਹਾਂ ਲਿਆ ਜਾ ਰਿਹਾ ਹੈ ਤੇ ਅੱਗੇ ਕਿਵੇਂ ਇਸ ਦੇ ਉੱਤੇ ਲਗਾਤਾਰ ਕੰਮ ਹੋਵੇਗਾ। ਪਰ ਇਸ ਨੂੰ ਲੈ ਕੇ ਤੁਹਾਨੂੰ ਅਸੀਂ ਲੋਕ ਸਭਾ ਮੈਂਬਰਾਂ ਦੇ ਪ੍ਰਤੀਕਰਮ ਵੀ ਸੁਣਾਏ ਨੇ ਤੇ ਵੱਖੋ ਵੱਖਰੇ ਪੱਧਰ ਦੇ ਉੱਤੇ ਹਰ ਪੱਖ ਤੋਂ ਅਸੀਂ ਤੁਹਾਨੂੰ ਇਸ ਬਾਰੇ ਜਾਣਕਾਰੀ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਜਿਵੇਂ ਹੀ ਇਸ ਉੱਤੇ ਕੋਈ ਹੋਰ ਜਾਣਕਾਰੀ ਸਾਹਮਣੇ ਆਉਂਦੀ ਹੈ, ਹਾਊਸ ਆਫ ਕਾਮਨਸ ਦੇ ਵਿੱਚ ਇਸ ਦੇ ਬਾਰੇ ਕੋਈ ਹੋਰ ਜਾਣਕਾਰੀ ਸਾਹਮਣੇ ਆਉਂਦੀ ਹੈ, ਜਾਂ ਫਿਰ ਜਿਨ੍ਹਾਂ ਵੱਲੋਂ ਪ੍ਰਦਰਸ਼ਨ ਕਰਵਾਏ ਜਾ ਰਹੇ ਨੇ ਉਹ ਇਸ ਉੱਤੇ ਕੁਝ ਕਹਿੰਦੇ ਨੇ, ਤਾਂ ਤੁਹਾਨੂੰ ਦੱਸਾਂਗੇ। ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।